इस चैनल को सब्सक्राइब करें और घंटा दबाना ना भूलें। सूली वाले यसू ने तेरी जिंद बचानी है, तौबा कर ले बंदे जे तू मुक्ति पानी है। सूली वाले यसू ने तेरी जिंद बचानी है, तौबा कर ले बंदे जे तू मुक्ति पानी है। तौबा कर ले बंदे जे तू मुक्ति पानी है। ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ ਵਚਨ ਦਾ ਮਨਨ ਕਰਨ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਵਿੱਚ ਜਾਵਾਂਗੇ। ਦਿਆਲੂ ਪ੍ਰਭੂ, ਅਸੀਂ ਆਪ ਦਾ ਧੰਨਵਾਦ, ਆਪ ਦੀ ਮਹਿਮਾ, ਆਪ ਦੀ ਵਡਿਆਈ ਕਰਦੇ ਹਾਂ। ਅੱਜ ਦਾ ਦਿਨ ਆਪ ਨੇ ਸਾਨੂੰ ਦਿੱਤਾ ਹੈ, ਉਸ ਦੇ ਲਈ ਅਸੀਂ ਤੇਰੇ ਧੰਨਵਾਦੀ ਹਾਂ, ਕਿਉਂਕਿ ਪਰਮੇਸ਼ਰ ਪਿਤਾ ਆਪ ਚਾਹੁੰਦੇ ਹੋ ਕਿ ਹਰ ਦਿਨ ਅਸੀਂ ਆਪ ਦੇ ਵਚਨ ਦੀ ਖੁਰਾਕ ਦੇ ਨਾਲ ਆਤਮਿਕਤਾ ਦੇ ਵਿੱਚ ਪਰਮੇਸ਼ਰ ਪਿਤਾ ਬਲਸ਼ਾਲੀ ਹੋ ਜਾਈਏ ਔਰ ਤੇਰੇ ਨਾਮ ਦੇ ਰਾਜ ਵਿੱਚ ਤੇਰੀ ਮਨਾਤੀ ਕਰਦੇ ਹੋਏ ਤੇਰੇ ਵਿੱਚ ਪਾਏ ਜਾਈਏ। ਪਰਮੇਸ਼ਰ ਪਿਤਾ ਆਪ ਦਾ ਅੱਜ ਦਾ ਵਚਨ ਵੀ ਸਾਡੇ ਜੀਵਨ ਦੇ ਵਿੱਚ ਤੇਰੀ ਮੁਕਤੀ ਦਾ ਕਾਰਨ ਹੋਵੇ ਔਰ ਪਰਮੇਸ਼ਰ ਪਿਤਾ ਹਰ ਇੱਕ ਜੀਵਨ ਦੇ ਵਿੱਚ ਛੁਟਕਾਰੇ ਨੂੰ ਪ੍ਰਗਟ ਕਰੇ, ਤਾਂ ਕਿ ਉਹ ਜੀਵਨ ਤੇਰੇ ਨਾਮ ਦੇ ਵਿੱਚ ਸੁਰੱਖਿਅਤ ਹੋ ਜਾਣ ਅਤੇ ਤੇਰੇ ਨਾਮ ਨੂੰ ਮਹਿਮਾ ਮਿਲੇ। ਪਰਮੇਸ਼ਰ ਤਾਂ ਹਰ ਇੱਕ ਦੇ ਜੀਵਨ ਦੀ ਛੜੌਤੀ ਦੇ ਲਈ ਅੱਜ ਦੇ ਇਸ ਵਚਨ ਦੇ ਵਿੱਚ ਆਪਣਾ ਬਕਾਸ਼ਵਾ ਕਰ, ਤਾਂ ਕਿ ਹਰ ਇੱਕ ਜੀਵਨ ਤੇਰੇ ਅੱਗੇ ਤੇਰੀ ਮਹਿਮਾ ਦੇ ਲਈ ਜਿੱਤਿਆ ਜਾ ਸਕੇ। ਇਹ ਸਭ ਕੁਝ ਅਸੀਂ ਤੇਰੇ ਹੱਥਾਂ ਵਿੱਚ ਸੌਂਪਦੇ ਹੋਏ ਇਸ ਵਚਨ ਨੂੰ ਸੁਣਨ ਵਾਲੇ ਨੂੰ, ਬੋਲਣ ਵਾਲੇ ਨੂੰ ਆਪ ਦੇ ਹੱਥਾਂ ਵਿੱਚ ਸੌਂਪਦੇ ਹੋਏ ਬੇਨਤੀ ਮੁਕਤੀ ਦਾਤੇ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਤੇ ਸਮਰਥੀ ਨਾਮ ਵਿੱਚ ਹੋ ਕੇ ਮੰਗਦੇ ਹਾਂ, ਆਮੀਨ। ਪਿਆਰੇ ਅਜ਼ੀਜ਼, ਅੱਜ ਦਾ ਜੋ ਮੈਂ ਵਚਨ ਲਿਆ ਹੈ ਉਹ ਲਿਆ ਹੈ ਪਹਿਲਾ ਸ਼ਮੂਏਲ ਉਸ ਦੀ 7 ਅਧਿਆਏ ਉਸ ਦੀ 3 ਆਇਤ ਦੇ ਵਿੱਚੋਂ। ਇੱਥੇ ਲਿਖਿਆ ਹੈ, ਸ਼ਮੂਏਲ ਨੇ ਇਸਰਾਇਲ ਦੇ ਸਾਰੇ ਟੱਬਰ ਨੂੰ ਸੱਦ ਕੇ ਆਖਿਆ, ਜੇ ਕਦੀ ਤੁਸੀਂ ਆਪਣੇ ਸਾਰਿਆਂ ਮਨਾਂ ਨਾਲ ਯਹੋਵਾ ਦੀ ਵੱਲ ਮੁੜੋ ਤਾਂ ਉਹਨਾਂ ਓਪਰਿਆ ਦੇਵਤਿਆਂ ਅਤੇ ਅਸ਼ਟਾਰੋਥ ਨੂੰ ਆਪਣੇ ਵਿਚਕਾਰੋਂ ਕੱਢ ਸੁੱਟੋ ਅਤੇ ਪਰਮੇਸ਼ਰ ਵੱਲ ਆਪਣੇ ਮਨ ਨੂੰ ਸੁਧਾਰੋ ਅਤੇ ਉਸੇ ਇੱਕ ਦੀ ਸੇਵਾ ਕਰੋ, ਤਾਂ ਉਹ ਫਲਿਸਤੀਆਂ ਦੇ ਹੱਥੋਂ ਛੁਟਕਾਰਾ ਕਰੇਗਾ। ਪਹਿਲਾ ਸ਼ਮੂਏਲ 7:3। ਇਸ ਦਾ ਜੋ ਮੈਂ ਵਿਸ਼ਾ ਲਿਆ ਹੈ ਅੱਜ ਦੇ ਇਸ ਵਚਨ ਦੇ ਵਿੱਚੋਂ, ਉਹ ਲਿਆ ਹੈ ਪੂਰਨ ਮਨ ਨਾਲ ਯਹੋਵਾ ਦੀ ਵੱਲ ਮੁੜਨਾ। ਪੂਰਨ ਮਨ ਨਾਲ ਯਹੋਵਾ ਦੀ ਵੱਲ ਮੁੜਨਾ। ਪਿਆਰੇ ਅਜ਼ੀਜ਼, ਜਦੋਂ ਇਹ ਵਚਨ ਸ਼ਮੂਏਲ ਲਿਖ ਰਿਹਾ ਸੀ ਤਦ ਯਹੋਵਾ ਦਾ ਜਿਹੜਾ ਸੰਦੂਕ ਸੀ ਉਹ ਫਲਿਸਤੀਆਂ ਦੇ ਹੱਥ ਵਿੱਚ ਚਲਾ ਗਿਆ ਸੀ ਅਤੇ ਜਦੋਂ ਮੁੜ ਇਹ ਸੰਦੂਕ ਅਮੀਨਾਦਾਬ ਦੇ ਘਰ ਵਿੱਚ ਆਇਆ ਤਦ ਇਸਰਾਇਲੀ ਉਸ ਦੇ ਲਈ ਆਪਣੇ ਜੀਵਨ ਦੇ ਵਿੱਚ ਪਛਤਾਤਾਪ ਕਰ ਰਹੇ ਸੀ ਤੇ ਯਹੋਵਾ ਦਾ ਵਚਨ, ਭਾਵ ਪਰਮੇਸ਼ਰ ਦਾ ਵਚਨ ਇਸਰਾਇਲੀਆਂ ਕੋਲ ਸ਼ਮੂਏਲ ਦੇ ਰਾਹੀਂ ਪਹੁੰਚਿਆ ਔਰ ਇਹ ਵਚਨ ਬੜਾ ਦਿਲਚਸਪ ਹੋਇਆ। ਇਸਰਾਇਲ ਕੌਮ ਦਾ ਇਤਿਹਾਸ ਬਹੁਤ ਸਾਰੇ ਮਸੀਹਾਂ ਅਤੇ ਉਹਨਾਂ ਦੇ ਜੀਵਨਾਂ ਦੇ ਇਤਿਹਾਸ ਵਾਂਗ ਡਿੱਗਣ ਅਤੇ ਉੱਠਣ, ਹਾਰ ਤੋਂ ਬਾਅਦ ਜਿੱਤ ਅਤੇ ਸ਼ਾਹੀ ਰਾਹ ਤੋਂ ਭਟਕਣ ਤੋਂ ਬਾਅਦ ਬਹਾਲੀ ਨਾਲ ਭਰਿਆ ਹੋਇਆ ਹੈ। ਮਸੀਹਾਂ ਦੇ ਜੀਵਨ ਦੇ ਵਿੱਚ ਵੀ ਇਸੇ ਤਰ੍ਹਾਂ ਹੁੰਦਾ ਹੈ। ਇਸ ਲਈ ਬਹੁਤ ਸਾਰੇ ਸਬਕ ਹਨ ਸਾਡੇ ਵਾਸਤੇ ਜਦ ਅਸੀਂ ਪੁਰਾਣੇ ਨਿਯਮ ਦਾ ਇਤਿਹਾਸ ਪੜ੍ਹਦੇ ਹਾਂ। ਯਹੋਸ਼ੂਆ 24:31
ਵਿੱਚ ਅਸੀਂ ਸਿੱਖਦੇ ਹਾਂ ਕਿ ਯਹੋਸ਼ੂਆ ਦੇ ਸਾਰੇ ਦਿਨਾਂ ਵਿੱਚ ਇਸਰਾਇਲ ਨੇ ਯਹੋਵਾ ਦੀ ਉਪਾਸਨਾ ਕੀਤੀ ਅਤੇ ਉਹਨਾਂ ਬਜ਼ੁਰਗਾਂ ਦੇ ਸਾਰੇ ਦਿਨਾਂ ਵਿੱਚ ਜਿਹੜੇ ਯਹੋਸ਼ੂਆ ਦੇ ਪਿੱਛੇ ਜਿਉਂਦੇ ਸਨ। ਪਰ ਉਸ ਤੋਂ ਬਾਅਦ ਉਹਨਾਂ ਨੇ ਪਰਮੇਸ਼ਰ ਦੀ ਨਿਗਾਹ ਵਿੱਚ ਬੁਰਾਈ ਕੀਤੀ ਅਤੇ ਉਸ ਨੂੰ ਤਿਆਗ ਕੇ ਦੂਸਰੇ ਦੇਵਤਿਆਂ ਦੀ ਸੇਵਾ ਕੀਤੀ। ਔਰ ਨਿਆਂਇਆਂ ਦੇ ਇਤਿਹਾਸ ਦੇ ਵਿੱਚ ਤਾਂ ਇਸ ਤਰ੍ਹਾਂ ਲਿਖਿਆ ਹੈ ਕਿ ਆਉਣ ਵਾਲੀ ਪੀੜ੍ਹੀ ਇਸ ਤਰ੍ਹਾਂ ਦੀ ਸੀ ਕਿ ਉਹ ਯਹੋਵਾ ਭਾਵ ਪਰਮੇਸ਼ਰ ਨੂੰ, ਆਪਣੇ ਬਜ਼ੁਰਗਾਂ ਦੇ ਪਰਮੇਸ਼ਰ ਨੂੰ ਜਾਣਦੀ ਨਹੀਂ ਸੀ, ਕਿਉਂਕਿ ਉਹਨਾਂ ਬਾਰੇ ਦੱਸਿਆ ਨਹੀਂ ਸੀ ਗਿਆ। ਪਹਿਲਾ ਸ਼ਮੂਏਲ 7:2 ਵਿੱਚ ਪਰਮੇਸ਼ਰ ਲਈ ਬਿਰਲਾਪ ਕੀਤਾ ਗਿਆ। ਤਦ ਸ਼ਮੂਏਲ ਨੇ ਉਹਨਾਂ ਨੂੰ ਦੱਸਿਆ ਕਿ ਉਹਨਾਂ ਦਾ ਛੁਟਕਾਰਾ ਕਿਵੇਂ ਹੋ ਸਕਦਾ ਹੈ, ਕਿੱਦਾਂ ਉਹ ਪਲਿਸ਼ਤੀਆਂ ਤੋਂ, ਉਹਨਾਂ ਦੀ ਹਾਰ ਤੋਂ, ਉਹਨਾਂ ਦੇ ਵੱਡੇ ਉੱਚੇ ਬੰਦਿਆਂ ਤੋਂ ਛੁਟਕਾਰਾ ਪਾ ਸਕਦੇ। ਅੱਜ ਸਾਡੇ ਜੀਵਨਾਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਕਈ ਪਲਿਸ਼ਤੀ ਬੈਠੇ ਹੋਏ ਆ। ਕਈ ਵਾਰ ਅਸੀਂ ਹਾਰ ਜਾਂਦੇ ਹਾਂ ਆਪਣੇ ਮਸੀਹੀ ਜੀਵਨ ਦੇ ਵਿੱਚ ਵੀ, ਕਈ ਵਾਰ ਹਾਰ ਜਾਂਦੇ ਹਾਂ ਅਸੀਂ ਸੰਸਾਰਿਕ ਤਰੀਕਿਆਂ ਦੇ ਨਾਲ ਵੀ। ਇੱਥੇ ਜਦੋਂ ਮੈਂ ਗੱਲ ਪੜ੍ਹ ਰਿਹਾ ਸਾਂ ਤਾਂ ਇਸ ਦੇ ਵਿੱਚ ਪਹਿਲੀ ਗੱਲ ਹੈ ਪਰਮੇਸ਼ਰ ਦਾ ਭੈ ਖਾਣਾ ਅਤੇ ਭੈ ਮੰਨਣਾ। ਜੇ ਤੁਸੀਂ ਛੁਟਕਾਰਾ ਚਾਹੁੰਦੇ ਹੋ ਤਾਂ ਸਰਵਪ੍ਰਥਮ ਤੁਹਾਡੇ ਜੀਵਨ ਦੇ ਵਿੱਚ ਪਰਮੇਸ਼ਰ ਦਾ ਡਰ ਹੋਣਾ ਚਾਹੀਦਾ ਹੈ। ਨੰਬਰ 1 ਇਹ ਗੱਲ ਸਾਨੂੰ ਇਹਦੇ ਵਿੱਚੋਂ ਨਜ਼ਰ ਆਉਂਦੀ ਹੈ। ਔਰ ਇਸ ਭੈ ਦੇ ਵਿੱਚੋਂ ਸਾਨੂੰ ਜੋ ਨਜ਼ਰ ਆਉਂਦੀ ਹੈ ਉਹ ਹੈ ਸੇਵਾ ਕਰਨਾ ਅਤੇ ਉਸ ਦੇ ਨਾਲ ਚੰਬੜੇ ਰਹਿਣਾ। ਉਹਨਾਂ ਦੇ ਪਾਪ ਦੇ ਲਈ ਸੱਚੇ ਦੁੱਖ ਦਾ ਅਤੇ ਸੱਚੇ ਪਛਤਾਵੇ ਦਾ ਮਹਿਸੂਸ ਕੀਤੀ ਤੌਬਾ ਦਾ ਹੋਣਾ ਜ਼ਰੂਰੀ ਹੈ। ਜੇ ਪਰਮੇਸ਼ਰ ਦਾ ਡਰ ਹੈ ਤਾਂ, ਜੇ ਪਰਮੇਸ਼ਰ ਦਾ ਭੈ ਹੈ ਤਾਂ। ਪਰਮੇਸ਼ਰ ਦਾ ਡਰ ਸਾਨੂੰ ਪਰਮੇਸ਼ਰ ਦੀ ਮੁਕਤੀ ਕੋਲ ਲੈ ਕੇ ਆਉਂਦਾ ਹੈ, ਨਾ ਕਿ ਉਸ ਤੋਂ ਦੂਰ ਲੈ ਕੇ ਜਾਂਦਾ ਹੈ। ਡਰ ਕਿਸ ਚੀਜ਼ ਦਾ ਹੈ ਇਹ ਸਮਝਣਾ ਜ਼ਰੂਰੀ ਹੈ। ਜਦੋਂ ਵੀ ਮਨੁੱਖ ਪਾਪ ਦੇ ਵਿੱਚ ਡਿੱਗਦਾ ਹੈ, ਜਦੋਂ ਵੀ ਮਨੁੱਖ ਪਾਪ ਕਰਦਾ ਹੈ, ਜਦੋਂ ਵੀ ਮਨੁੱਖ ਪਾਪ ਦੇ ਵਿੱਚ ਆ ਜਾਂਦਾ ਹੈ, ਤਦ ਉਸ ਦੇ ਜੀਵਨ ਦੇ ਵਿੱਚ ਮੌਤ ਆ ਜਾਂਦੀ ਹੈ। ਔਰ ਉਹ ਮੌਤ ਦਾ ਡਰ ਉਹਨੂੰ ਦਿਨ ਬਾ ਦਿਨ ਪ੍ਰਤੀ ਦਿਨ ਸਤਾਉਂਦਾ ਰਹਿੰਦਾ ਹੈ ਅਤੇ ਉਸ ਤੋਂ ਬਚਣ ਦੇ ਲਈ ਉਹ ਤਰ੍ਹਾਂ ਦੇ ਉਪਾਅ ਅਤੇ ਤਰ੍ਹਾਂ ਦੀਆਂ ਯੁਕਤੀਆਂ ਲਾਉਂਦਾ ਹੈ, ਪਰ ਉਸ ਤੋਂ ਬਚਾਵ ਹੈ ਨਹੀਂ। ਪਰ ਇੱਥੇ ਜੇ ਉਸ ਦਾ ਭੈ ਉਸ ਮੌਤ ਤੋਂ ਬਚਣਾ ਚਾਹੁੰਦਾ ਹੈ ਤਾਂ ਉਸ ਨੂੰ ਪਰਮੇਸ਼ਰ ਦੇ ਭੈ ਦੇ ਕੋਲ ਆਉਣਾ ਪਏਗਾ। ਪਰਮੇਸ਼ਰ ਦੇ ਉਸ ਭੈ ਦੇ ਨੇੜੇ ਆ ਕੇ ਆਪਣੀ ਮੁਕਤੀ ਨੂੰ ਪ੍ਰਾਪਤ ਕਰਨਾ ਪਏਗਾ। ਪਰਮੇਸ਼ਰ ਦਾ ਸਾਰਾ ਕ੍ਰੋਧ ਜਿਹੜਾ ਪਾਪ ਦੇ ਪ੍ਰਤੀ ਸੀ, ਜਿਹੜਾ ਉਸ ਪਾਪ ਦੇ ਨਾਲ ਮੌਤ ਦੇ ਵਿੱਚ ਪੈਦਾ ਹੋਇਆ ਸੀ, ਅਗਰ ਉਸ ਤੋਂ ਬਚਣਾ ਚਾਹੁੰਦੇ ਸੀ ਤਾਂ ਜ਼ਰੂਰੀ ਸੀ ਮਨ ਫਿਰਾਵ, ਤੌਬਾ। ਔਰ ਪਰਮੇਸ਼ਰ ਨੇ ਇਸ ਪਾਪ ਦੇ ਲਈ ਕਾਰਜ ਕੀਤਾ ਸੀ ਮਨੁੱਖੀ ਰੂਪ ਦੇ ਵਿੱਚ। ਮਨੁੱਖੀ ਰੂਪ ਦੇ ਵਿੱਚ ਆਪਣੇ ਪਿਆਰੇ ਪੁੱਤਰ ਨੂੰ ਇਸ ਦੁਨੀਆ ਦੇ ਵਿੱਚ ਭੇਜਿਆ, ਪ੍ਰਭੂ ਯਿਸੂ ਮਸੀਹ ਦੇ ਰੂਪ ਦੇ ਵਿੱਚ। ਉਹ ਮਨੁੱਖ ਦੇ ਵਿੱਚ ਪਰਮੇਸ਼ਰ ਦੇ ਤੁੱਲ ਸੀ। ਬਹੁਤ ਸਾਰੇ ਲੋਕ ਸੋਚਾਂ 'ਚ ਪੈ ਜਾਂਦੇ ਆ ਕਿਵੇਂ। ਪਰਮੇਸ਼ਰ ਵੀ ਸੋਚਦਾ ਹੈ, ਯਿਸੂ ਮਸੀਹ ਵੀ ਸੋਚਦਾ ਹੈ। ਪਰਮੇਸ਼ਰ ਵੀ ਰੋਂਦਾ ਹੈ, ਪ੍ਰਭੂ ਯਿਸੂ ਮਸੀਹ ਵੀ ਰੋਂਦਾ ਹੈ। ਪਰਮੇਸ਼ਰ ਵੀ ਚਿੰਤਾ ਕਰਦਾ ਹੈ, ਪ੍ਰਭੂ ਯਿਸੂ ਮਸੀਹ ਵੀ ਚਿੰਤਾ ਕਰਦਾ ਹੈ। ਪਰਮੇਸ਼ਰ ਵੀ ਚੱਲਦਾ ਹੈ, ਪ੍ਰਭੂ ਯਿਸੂ ਮਸੀਹ ਵੀ ਚੱਲਦਾ ਹੈ। ਪਰਮੇਸ਼ਰ ਵੀ ਪ੍ਰੇਮ ਕਰਦਾ ਹੈ,
ਯਿਸੂ ਮਸੀਹ ਵੀ ਪ੍ਰੇਮ ਕਰਦਾ ਹੈ। ਇਹ ਇਕੁਐਲਿਟੀ ਪ੍ਰਭੂ ਯਿਸੂ ਮਸੀਹ ਅਤੇ ਪਰਮੇਸ਼ਰ ਦੇ ਚਰਿੱਤਰ ਦੀ ਆਉਂਦੀ ਹੈ। ਔਰ ਇਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਉਹ ਸੱਚਾ ਪਰਮੇਸ਼ਵਰ ਮੇਰੇ ਪਾਪ ਦਾ ਸੱਚਾ ਨਿਆਂ ਕਰਨ ਦੇ ਲਈ, ਮੇਰੇ ਪਾਪਾਂ ਦੀ ਛੜੌਤੀ ਅਤੇ ਉਸ ਦਾ ਮੁੱਲ ਚੁਕਾਉਣ ਦੇ ਲਈ ਕਾਲਵਰੀ ਕਰੂਸ ਦੇ ਉੱਤੇ ਆਪਣੇ ਜੀਵਨ ਨੂੰ ਦੇਣ ਦੇ ਲਈ ਮੇਰੇ ਅਤੇ ਆਪ ਦੇ ਲਈ ਤਿਆਰ ਹੋ ਗਿਆ ਕਿ ਮੈਂ ਪਾਪ ਤੋਂ ਬਚ ਕੇ ਪਰਮੇਸ਼ਰ ਦੀ ਵੱਲ ਫਿਰਾਂ, ਉਸ ਪਰਮੇਸ਼ਰ ਦੀ ਵੱਲ ਜਿਹੜਾ ਮੈਨੂੰ ਪਾਪ ਦੀ ਸਜ਼ਾ ਮੌਤ ਤੋਂ ਛੁਡਾ ਸਕਦਾ ਹੈ, ਉਸ ਪਰਮੇਸ਼ਰ ਦੀ ਵੱਲ ਮੁੜਾਂ ਜਿਸ ਦੇ ਹੱਥ ਦੇ ਵਿੱਚ ਨਿਆਂ ਦਾ ਤਰਾਜੂ ਹੈ, ਜਿਹੜਾ ਮੈਨੂੰ ਮੇਰੇ ਪਾਪ ਦੇ ਨਿਆਂ ਦੀ ਸਜ਼ਾ ਤੋਂ ਮੈਨੂੰ ਬਚਾ ਸਕਦਾ ਹੈ, ਜਿਹੜਾ ਮੈਨੂੰ ਆਪਣੇ ਨਾਲ ਬੈਠਣ ਦਾ ਹੱਕ ਦੇ ਸਕਦਾ ਹੈ, ਜਿਹੜਾ ਮੈਨੂੰ ਮੇਰੇ ਪਾਪਾਂ ਦਾ ਕਰਜ਼ ਕਾਲਵਰੀ ਕਰੂਸ ਦੇ ਉੱਤੇ ਦੇ ਸਕਦਾ ਹੈ। ਮੈਨੂੰ ਉਸ ਪਰਮੇਸ਼ਰ ਦੇ ਵੱਲ ਮੁੜਨ ਦੀ ਲੋੜ ਹੈ। ਅਸੀਂ ਦੇਖਦੇ ਹਾਂ ਤੇ ਨਾਲ ਹੀ ਯਹੋਵਾ ਆਪਣੇ ਪਰਮੇਸ਼ਰ ਨਾਲ ਉਹਨਾਂ ਦੀ ਸੰਗਤ ਦੀ ਬਹਾਲੀ ਲਈ ਡੂੰਘੀ ਚਾਹਨਾ ਦਾ, ਧਾਰਮਿਕਤਾ ਦੇ ਲਈ ਸੱਚੀ ਭੁੱਖ ਅਤੇ ਪਿਆਸ ਦਾ ਹੋਣਾ ਜ਼ਰੂਰੀ ਸੀ। ਜੇ ਜ਼ਰੂਰੀ ਸਾਡੇ ਵਿੱਚ ਹੈ ਨਹੀਂ, ਜੇ ਇਸ ਦੇ ਵਿੱਚ ਪਰਮੇਸ਼ਰ ਦੀ ਛੜੌਤੀ ਦੇ ਲਈ ਮੇਰੇ ਵਿੱਚ ਪਰਮੇਸ਼ਰ ਦਾ ਭੈ ਨਹੀਂ, ਤਾਂ ਮੈਂ ਕਦੇ ਵੀ ਆਪਣੇ ਜੀਵਨ ਦੇ ਵਿੱਚ ਆਪਣੇ ਪਾਪਾਂ ਦਾ ਛੁਟਕਾਰਾ ਨਹੀਂ ਪ੍ਰਾਪਤ ਕਰ ਸਕਦਾ। ਜੇ ਤੁਸੀਂ ਆਪਣੇ ਪੂਰੇ ਮਨ ਨਾਲ ਉਹਦੇ ਵੱਲ ਮੁੜਦੇ ਹੋ ਤਾਂ ਪਰਮੇਸ਼ਰ ਦੀ ਮੁਕਤੀ ਤੁਹਾਡੇ ਲਈ ਯਕੀਨੀ ਹੈ। ਨਾ ਦਿਖਾਵੇ ਦਾ ਪਛਤਾਵਾ, ਨਾ ਆਪਣੇ ਅਧੂਰੇ ਮਨ ਦਾ ਫੈਸਲਾ। ਪਰਮੇਸ਼ਰ ਸਾਨੂੰ ਤੌਬਾ ਕਰਨ ਦੇ ਲਈ ਮਜਬੂਰ ਨਹੀਂ ਕਰਦਾ, ਪਰ ਉਹ ਸੱਚੀ ਤੌਬਾ ਮੇਰੇ ਅਤੇ ਆਪ ਤੋਂ ਚਾਹੁੰਦਾ ਹੈ। ਕਿਉਂ ਚਾਹੁੰਦਾ ਹੈ? ਕਿਉਂਕਿ ਅਸੀਂ ਉਸ ਦੀ ਰਚਨਾ ਹਾਂ। ਉਹ ਚਾਹੁੰਦਾ ਨਹੀਂ ਕਿ ਅਸੀਂ ਨਾਸ਼ ਹੋਈਏ। ਪਿਛਲੇ ਕੱਲ ਮੈਂ ਦੱਸਿਆ ਸੀ ਕਿ ਪਹਿਲਾ ਪਤਰਸ 3:9 ਦੇ ਵਿੱਚ ਪਰਮੇਸ਼ਰ ਸਾਨੂੰ ਤੌਬਾ ਕਰਨ ਦੇ ਲਈ ਮੌਕਾ ਦੇ ਰਿਹਾ ਹੈ। ਜਿੰਨੀ ਦੇਰੀ ਉਹਦੇ ਆਉਣ ਦੇ ਵਿੱਚ ਹੋ ਰਹੀ ਹੈ, ਇਹਦਾ ਮਤਲਬ ਸਰਵੱਤ ਸ੍ਰਿਸ਼ਟੀ ਦੇ ਮਨੁੱਖਾਂ ਨੂੰ ਤੌਬਾ ਕਰਨ ਦੇ ਲਈ, ਮਨ ਫਿਰਾਵ ਦੇ ਲਈ ਉਹ ਮੌਕਾ ਦੇ ਰਿਹਾ। ਜਿਸ ਤਰ੍ਹਾਂ ਇੱਥੇ ਇਸਰਾਏਲੀਆਂ ਨੂੰ ਜਦੋਂ ਪਰਮੇਸ਼ਰ ਦਾ ਸੰਦੂਕ ਉਹਨਾਂ ਕੋਲ ਵਾਪਸ ਅਮੀਨਾਦਾਬ ਦੇ ਘਰ ਦੇ ਵਿੱਚ ਆਇਆ, ਤਦ ਸ਼ੈਮੂਅਲ ਨੇ ਕਿਹਾ, ਜੇ ਤੁਸੀਂ ਚਾਹੁੰਦੇ ਹੋ ਉਹਨਾਂ ਤੋਂ ਛੁਟਕਾਰਾ ਤਾਂ ਸੰਪੂਰਨ ਮਨ ਦੇ ਨਾਲ ਪਰਮੇਸ਼ਰ ਵੱਲ ਮੁੜੋ, ਤੌਬਾ ਕਰੋ, ਤਾਂ ਪਰਮੇਸ਼ਰ ਦੀ ਮੁਕਤੀ ਨੂੰ ਤੁਸੀਂ ਵੇਖੋਗੇ, ਤਾਂ ਪਰਮੇਸ਼ਰ ਦੀ ਮੁਕਤੀ ਤੁਹਾਡੇ ਵਿੱਚ ਹੋਵੇਗੀ। ਪਰਮੇਸ਼ਰ ਇਹ ਚਾਹੁੰਦਾ ਸੀ, ਪਰਮੇਸ਼ਰ ਇਹ ਚਾਹੁੰਦਾ ਸੀ। ਦੂਸਰੀ ਗੱਲ ਪਰਮੇਸ਼ਰ ਚਾਹੁੰਦਾ ਹੈ ਕਿ ਤੁਸੀਂ ਮੇਰੀ ਸੱਚੀ ਭਗਤੀ ਕਰੋ ਜਦੋਂ ਤੌਬਾ ਕਰ ਲੈ। ਦਿਖਾਵੇ ਦੀ ਭਗਤੀ ਨਾ ਕਰੋ, ਦਿਖਾਵੇ ਦੇ ਲਈ ਉਹਦੇ ਕੋਲ ਨਾ ਜਾਓ, ਦਿਖਾਵੇ ਦੇ ਕੰਮ ਨਾ ਕਰੋ ਜਿਵੇਂ ਅੱਜ ਲੋਕ ਕਰਦੇ ਆ। ਮੈਂ ਇੰਨਾ ਦਾਨ ਦੇਤਾ ਜੀ, ਮੈਂ ਇੰਨਾ ਕੰਮ ਕਰਤਾ ਜੀ, ਮੈਂ ਆਹ ਕੰਮ ਕਰ ਦਿੱਤਾ। ਪਰਮੇਸ਼ਰ ਦੀ ਭਗਤੀ ਇਹ ਨਹੀਂ। ਪਰਮੇਸ਼ਰ ਦੀ ਭਗਤੀ ਹੈ ਡਰਦੇ ਕੰਬਦੇ ਹੋਏ ਉਹਦੀ ਹਜ਼ੂਰੀ ਵਿੱਚ ਉਹਦੀ ਉਸਤਤ ਅਤੇ ਉਹਦੀ ਵਡਿਆਈ ਅਤੇ ਉਹਦੀ ਮਹਿਮਾ ਅਤੇ ਉਹਦੀ ਪ੍ਰਸ਼ੰਸਾ ਕਰਨਾ। ਇਹ ਚਾਹੁੰਦਾ ਹੈ ਪਰਮੇਸ਼ਰ। ਔਰ ਪਰਮੇਸ਼ਰ ਚਾਹੁੰਦਾ ਹੈ ਕਿ ਤੁਸੀਂ ਪਵਿੱਤਰ ਪਰਮੇਸ਼ਰ ਯਹੋਵਾ ਅਤੇ ਦੂਸਰੇ ਦੇਵਤਿਆਂ ਦੀ ਉਪਾਸਨਾ ਨਹੀਂ ਕਰ ਸਕਦੇ। ਯਿਸੂ ਨੇ ਘੋਸ਼ਣਾ ਕੀਤੀ ਕਿ ਕੋਈ ਪਰਮੇਸ਼ਰ ਅਤੇ ਪੈਸੇ ਦੇ ਨਾਲ ਸੇਵਾ ਨਹੀਂ ਕਰ ਸਕਦਾ ਹੈ। ਮੈਂ ਪਿਛਲੇ ਦਿਨਾਂ ਦੇ ਵਿੱਚ ਇਹ ਮੈਸੇਜ ਦਿੱਤਾ ਸੀ ਕਿ ਤੁਸੀਂ ਪਰਮੇਸ਼ਰ ਅਤੇ ਧਨ ਦੋਨਾਂ ਦੀ ਸੇਵਾ ਇਕੱਠੇ ਨਹੀਂ ਕਰ ਸਕਦੇ। ਜੇ ਤੁਸੀਂ ਸੋਚਦੇ ਆ ਮੈਂ ਪੈਸੇ ਦੇ ਨਾਲ ਪਰਮੇਸ਼ਰ ਨੂੰ ਖੁਸ਼ ਕਰ ਦੇਵਾਂ, ਮਨੁੱਖਾਂ ਨੂੰ ਤੁਸੀਂ ਖੁਸ਼ ਕਰ ਸਕਦੇ ਹੋ ਪਰ ਪਰਮੇਸ਼ਰ ਨੂੰ ਨਹੀਂ। ਪਰਮੇਸ਼ਰ ਤੁਹਾਡਾ ਦਿਲ ਵੇਖਦਾ ਹੈ, ਬਾਹਰੀਪਨ ਨਹੀਂ।
ਜੇ ਤੁਸੀਂ ਦਿਲ ਦੇ ਨਾਲ, ਸੱਚੇ ਮਨ ਦੇ ਨਾਲ ਪਰਮੇਸ਼ਰ ਕੋਲ ਆਏ ਹੋ ਤਾਂ ਪਰਮੇਸ਼ਰ ਉਸ ਦਾ ਪ੍ਰਤੀਫਲ, ਉਸ ਜੋ ਤੁਸੀਂ ਉਸ ਦੀ ਭਗਤੀ ਕਰਦੇ ਹੋ, ਉਸ ਦਾ ਫਲ ਤੁਹਾਡੇ ਜੀਵਨ ਵਿੱਚ ਦੇਵੇਗਾ। ਬਹੁਤ ਸਾਰੇ ਝੂਠੇ ਦੇਵਤੇ ਹਨ, ਪਰਮੇਸ਼ਰ ਕਹਿੰਦਾ ਆਪਣੇ ਵਿੱਚੋਂ ਕੱਢ ਦਿਓ। ਕਿਹੜੇ ਹੈ? ਉਹਨਾਂ ਸਾਰਿਆਂ ਦਾ ਜ਼ਿਕਰ ਕਰਨਾ ਤਾਂ ਬਹੁਤ ਵੱਡੀ ਗੱਲ ਹੈ, ਬਹੁਤ ਵੱਡੀ ਗੱਲ ਹੈ, ਪਰ ਉਹਨਾਂ ਵਿੱਚੋਂ ਮੈਂ ਕੁਝ ਦੀ ਗੱਲ ਆਪ ਦੇ ਨਾਲ ਕਰਾਂਗਾ। ਉਹਨਾਂ ਵਿੱਚ ਸ਼ਾਮਲ ਹੈ ਲਾਲਚ, ਲਾਲਚ ਦਾ ਦੇਵਤਾ, ਘਮੰਡ ਦਾ ਦੇਵਤਾ, ਨਾ ਮਾਫ ਕਰਨ ਦਾ ਦੇਵਤਾ, ਭਾਵਨਾ ਦਾ ਦੇਵਤਾ, ਸੰਸਾਰਿਕਤਾ ਦਾ ਦੇਵਤਾ, ਨਿਕੰਮੇਪਨ ਦਾ ਦੇਵਤਾ, शारीरिक कामनावां ਦਾ ਦੇਵਤਾ, ਸਵਾਰਥੀਪਨ ਦਾ ਦੇਵਤਾ। ਇਹਨਾਂ ਦੀ ਸੂਚੀ ਜਿੰਨੀ ਅਸੀਂ ਕਰਦੇ ਜਾਈਏ ਵੱਧਦੀ ਜਾਏਗੀ, ਪਰ ਇਹਦੇ ਨਾਲ ਇਹ ਗੱਲਾਂ ਰੱਖ ਕੇ ਮਨ ਦੇ ਵਿੱਚ, ਦਿਲ ਦੇ ਵਿੱਚ ਅਸੀਂ ਪਰਮੇਸ਼ਰ ਦੀ ਭਗਤੀ ਨਹੀਂ ਕਰ ਸਕਦੇ, ਉਸ ਦੀ ਸੇਵਾ ਨਹੀਂ ਕਰ ਸਕਦੇ, ਉਸ ਦੀ ਸੇਵਾ ਨਹੀਂ ਕਰ ਸਕਦੇ। ਬਲਕਿ ਸਾਨੂੰ ਕੀ ਕਰਨਾ ਪਏਗਾ? ਇਹਨਾਂ ਸਾਰੀਆਂ ਚੀਜ਼ਾਂ ਨੂੰ ਤਿਆਗ ਕੇ ਪਰਮੇਸ਼ਰਵਾਦੀ ਹੋਣਾ ਪਏਗਾ। ਬਾਣੀ ਦੇ ਵਿੱਚ ਜਦੋਂ ਅਸੀਂ ਪੌਲਸ ਰਸੂਲ ਦੀ 10 ਅਧਿਆਏ ਪਹਿਲਾ ਕਰੰਥੀਆਂ 10 ਅਧਿਆਏ ਪੜ੍ਹਦੇ ਹਾਂ ਤਾਂ ਉਸ ਦੇ 19 ਅਤੇ 18 ਆਇਤ ਨੂੰ ਜਦੋਂ ਪੜ੍ਹਦੇ ਹਾਂ ਤਾਂ ਉਸ ਦੇ ਵਿੱਚ ਲਿਖਿਆ ਹੈ, ਤੁਸੀਂ ਪ੍ਰਭੂ ਦੀ ਮੇਜ਼ ਅਤੇ ਭੂਤਾਂ ਦੀ ਮੇਜ਼ ਦੋਨਾਂ ਦੇ ਸਾਂਝੇ ਨਹੀਂ ਹੋ ਸਕਦੇ। ਤੁਸੀਂ ਪ੍ਰਭੂ ਦਾ ਪਿਆਲਾ ਅਤੇ ਭੂਤਾਂ ਦਾ ਪਿਆਲਾ ਦੋਵਾਂ ਦੇ ਸਾਂਝੇ ਨਹੀਂ ਹੋ ਸਕਦੇ। ਕੀ ਅਸੀਂ ਪ੍ਰਭੂ ਨੂੰ ਰਿਸ ਦਵਾਉਂਦੇ ਹਾਂ ਕਿ ਅਸੀਂ ਉਹਦੇ ਨਾਲ ਸ਼ਕਤੀਸ਼ਾਲੀ ਹਾਂ? ਜੇ ਤੁਸੀਂ ਚਾਹੁੰਦੇ ਹੋ ਵਿਸ਼ਵਾਸੀ ਆ ਵਿਸ਼ਵਾਸੀ, ਜੇ ਤੁਸੀਂ ਚਾਹੁੰਦੇ ਹੋ ਕਿ ਸਾਡੇ ਜੀਵਨ ਦੇ ਵਿੱਚ ਪਰਮੇਸ਼ਰ ਦੀ ਬਹਾਲੀ ਹੋਵੇ, ਪਰਮੇਸ਼ਰ ਦਾ ਛੁਟਕਾਰਾ ਹੋਵੇ, ਪਰਮੇਸ਼ਰ ਦਾ ਆਰਾਮ ਹੋਵੇ, ਪਰਮੇਸ਼ਰ ਦਾ ਆਨੰਦ ਹੋਵੇ, ਪਰਮੇਸ਼ਰ ਦੀ ਖੁਸ਼ੀ ਹੋਵੇ, ਤਾਂ ਪਹਿਲੀ ਗੱਲ ਸੰਪੂਰਨ ਮਨ ਦੇ ਨਾਲ ਤੌਬਾ ਕਰਨੀ। ਦੂਜੀ ਗੱਲ ਸੰਪੂਰਨ ਮਨ ਦੇ ਨਾਲ ਪਰਮੇਸ਼ਰ ਦੀ ਭਗਤੀ ਕਰਨੀ। ਤਦ ਪਰਮੇਸ਼ਰ ਦਾ ਛੁਟਕਾਰਾ ਤੁਹਾਡੇ ਜੀਵਨ ਵਿੱਚ ਆਵੇਗਾ, ਤਦ ਪਰਮੇਸ਼ਰ ਤੁਹਾਨੂੰ ਆਪਣੀ ਭਗਤੀ ਦੇ ਵਿੱਚ, ਆਪਣੇ ਹਜ਼ੂਰ ਵਿੱਚ ਲਵੇਗਾ ਅਤੇ ਆਪਣੀ ਸ਼ਾਂਤੀ ਤੁਹਾਨੂੰ ਦੇਵੇਗਾ। ਜੇ ਤੁਸੀਂ ਚਾਹੁੰਦੇ ਹੋ ਕਿ ਪਰਮੇਸ਼ਰ ਦਾ ਸੰਪੂਰਨ ਛੁਟਕਾਰਾ ਜੋ ਮੈਨੂੰ ਸਤਾਉਂਦਾ ਹੈ ਇਸ ਦੁਨੀਆ ਦੇ ਪਾਪ ਦੇ ਨਾਲ, ਜੋ ਮੈਨੂੰ ਸਤਾਉਂਦਾ ਹੈ ਮੇਰੇ ਜੀਵਨ ਦੀਆਂ ਆਤਮਿਕ ਉਲਝਣਾਂ ਦੇ ਵਿੱਚ ਫਸਣ ਦੇ ਨਾਲ, ਤਾਂ ਆਪ ਨੂੰ ਸੱਚੇ ਮਨ ਦੇ ਨਾਲ ਪਰਮੇਸ਼ਰ ਦੇ ਕੋਲ ਤੌਬਾ ਕਰਨੀ ਪਏਗੀ। ਕਈ ਵਿਸ਼ਵਾਸੀ ਇਸ ਦੁਨੀਆ ਦੇ ਜਾਲ ਦੇ ਵਿੱਚ ਫਸ ਚੁੱਕੇ ਆ। ਮੈਂ ਉਸ ਦਾ ਖੁਲਾਸਾ ਨਹੀਂ ਕਰ ਸਕਦਾ ਕਿਉਂਕਿ ਮੇਰੇ ਕੋਲ ਸਮਾਂ ਉਨਾ ਹੈ। ਬਹੁਤ ਸਾਰੇ ਵਿਸ਼ਵਾਸੀ ਆਪਣੇ ਇਸ ਜਗ੍ਹਾ ਦੇ ਜਾਲ ਵਿੱਚ ਫਸੇ ਹੋਏ ਆ, ਜੋ ਚਾਹੁੰਦੇ ਆ ਕਿ ਸਾਡੇ ਜੀਵਨ ਦੇ ਵਿੱਚ ਇੱਥੋਂ ਛੁਟਕਾਰਾ, ਭਾਵ ਸਾਨੂੰ ਆਰਾਮ ਮਿਲੇ, ਤਾਂ ਜ਼ਰੂਰੀ ਹੈ ਕਿ ਉਹ ਸੱਚੇ ਮਨ ਦੇ ਨਾਲ ਪਰਮੇਸ਼ਰ ਵੱਲ ਮੁੜਨ। ਜੋ ਪਰਮੇਸ਼ਰ ਦਾ ਵਚਨ ਕਹਿੰਦਾ ਉਹ ਕਰਨ, ਤਾਂ ਪਰਮੇਸ਼ਰ ਉਹਨਾਂ ਦੇ ਜੀਵਨ ਦੇ ਵਿੱਚ ਬਹਾਲੀ ਦੇਵੇਗਾ। ਆਪਣਾ ਛੁਟਕਾਰਾ, ਆਪਣਾ ਆਨੰਦ ਤੇ ਆਪਣੇ ਸਦੀਪਕ ਜਿਉਣ ਦੀ ਰਾਹ ਦੇ ਵਿੱਚ ਉਹਨਾਂ ਨੂੰ ਲੈ ਕੇ ਚੱਲੇਗਾ। ਜਿਹੜੇ ਅਵਿਸ਼ਵਾਸੀ ਹੈ, ਜਿਨ੍ਹਾਂ ਨੇ ਹਜੇ ਤੱਕ ਪਾਪਾਂ ਤੋਂ ਤੌਬਾ ਨਹੀਂ ਕੀਤੀ, ਪਰਮੇਸ਼ਰ ਉਹਨਾਂ ਨੂੰ ਕਹਿੰਦਾ ਹੈ ਸੰਪੂਰਨ ਮਨ ਦੇ ਨਾਲ ਪ੍ਰਭੂ ਯਿਸੂ ਮਸੀਹ ਦੇ ਵਿੱਚ ਤੌਬਾ ਕਰਨ ਅਤੇ ਇਹ ਕਹਿਣ, ਪ੍ਰਭੂ ਜੀ ਅਸੀਂ ਮੰਨ ਲਿਆ ਕਿ ਅਸੀਂ ਪਾਪੀ ਹਾਂ, ਤੁਸੀਂ ਸਾਨੂੰ ਪਾਪੀ ਨੂੰ ਬਚਾਉਣ ਦੇ ਲਈ ਸਵਰਗ ਛੱਡ ਕੇ ਇਸ ਧਰਤੀ ਦੇ ਉੱਤੇ ਆਏ ਅਤੇ ਇਸ ਧਰਤੀ ਤੇ ਮੇਰੇ ਪਾਪਾਂ ਦੇ ਲਈ ਆਪ ਨੇ ਮੇਰੇ ਪਾਪ ਦਾ ਕਰਜ਼ ਕਾਲਵਰੀ ਕਰੂਸ ਦੇ ਉੱਤੇ ਆਪਣਾ ਲਹੂ ਬਹਾ ਕੇ ਚੁਕਾਇਆ। ਮੈਂ ਇਸ ਗੱਲ ਦੇ ਉੱਤੇ ਵਿਸ਼ਵਾਸ ਕਰਦਾ ਹਾਂ ਕਿ ਤੁਸੀਂ ਮੇਰੇ ਲਈ ਮਾਰੇ ਗਏ, ਦਫਨ ਕੀਤੇ ਗਏ ਅਤੇ ਤੀਸਰੇ ਦਿਹਾੜੇ ਜੀ ਉੱਠੇ। ਹੁਣ ਮੇਰੇ ਪ੍ਰਭੂ ਹੋ, ਮੈਨੂੰ ਸਵਰਗ ਦੇ ਵਿੱਚ ਲਿਜਾਣ ਦੇ ਲਈ ਹੁਣ ਮੇਰਾ ਜੀਵਨ ਮੇਰਾ ਨਹੀਂ, ਆਪ ਦਾ ਹੈ। ਇੰਨੀ ਗੱਲ ਕਹਿਣ ਦੇ ਨਾਲ
ਸੱਚੀ ਤੋਬਾ ਤੁਹਾਡੇ ਵਿੱਚ ਹੋ ਜਾਂਦੀ ਹੈ ਅਤੇ ਪਰਮੇਸ਼ਰ ਦਾ ਆਤਮਾ ਤੁਹਾਡੀ ਅਗਵਾਈ ਦੇ ਲਈ ਹਮੇਸ਼ਾ ਦੇ ਲਈ ਤੁਹਾਡੇ ਨਾਲ ਹੋ ਜਾਂਦਾ ਹੈ। ਜੇ ਤੁਸੀਂ ਚਾਹੁੰਦੇ ਹੋ ਛੁਟਕਾਰਾ ਤਾਂ ਸੱਚੇ ਮਨ ਦੇ ਨਾਲ ਪਰਮੇਸ਼ਰ ਵੱਲ ਤੌਬਾ ਕਰਕੇ ਮੁੜੋ। ਪਰਮੇਸ਼ਰ ਆਪ ਨੂੰ ਛੁਟਕਾਰਾ ਦੇਵੇਗਾ। ਫੈਸਲਾ ਆਪ ਦਾ ਹੈ। ਜੇ ਤੁਸੀਂ ਚਾਹੁੰਦੇ ਹੋ ਛੁਟਕਾਰਾ ਪਾਉਣਾ ਤਾਂ ਅੱਜ ਹੀ ਆਪਣੇ ਜੀਵਨ ਦੇ ਵਿੱਚ ਪ੍ਰਭੂ ਯਿਸੂ ਮਸੀਹ ਦੇ ਵਿੱਚ ਤੌਬਾ ਕਰੋ। ਪ੍ਰਭੂ ਆਪ ਨੂੰ ਆਪਣੀ ਸ਼ਾਂਤੀ ਤੇ ਆਪਣਾ ਸੱਚਾ ਛੁਟਕਾਰਾ ਪਾਪਾਂ ਤੋਂ ਆਪ ਨੂੰ ਦੇਵੇਗਾ। ਪ੍ਰਭੂ ਆਪ ਨੂੰ ਇਸ ਵਚਨ ਦੇ ਨਾਲ ਬਰਕਤ ਦੇਵੇ। ਜੈ ਮਸੀਹ ਦੀ ਮਹਾਰਾਜ।